ਜੜ ਤੱਕ ਜਾਣ ਦੀ ਲੋੜ ਹੈਗੀ ਕਿ ਆਖਰਕਾਰ ਕਾਰਨ ਕੀ ਹੈਗੇ ਆ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਬੰਦਾ ਮਾਰਨ ਲੱਗਿਆ 2 ਮਿੰਟ ਕਿਉਂ ਲੱਗਦੇ ਹੈਗੇ ਆ। ਇੰਨੇ ਆਧੁਨਿਕ ਹਥਿਆਰ ਪਹਿਲਾਂ ਵੀ ਸੀ, ਲੇਕਿਨ ਉਸ ਸਮੇਂ ਦੇ ਉੱਪਰ ਸੰਜੀਦਾਪਨ ਬਹੁਤ ਜ਼ਿਆਦਾ ਸੀ। ਅੱਜ ਸੰਜੀਦਾਪਨ ਕਿੱਥੇ ਗਿਆ ਹੈਗਾ ਆ ਕਿ ਜਿਹੜੀਆਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਉਹ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ ਇਦਾਂ ਦਾ ਪ੍ਰੋਪੇਗੰਡਾ ਕਰਕੇ ਅੱਜ ਦੇ ਦਿਨ ਦੇ ਵਿੱਚ ਵੱਡੀ ਪੱਧਰ ਤੇ ਕਿਤੇ ਨਾ ਕਿਤੋਂ ਹਥਿਆਰਾਂ ਦੀ ਖੇਪ ਫੜਨ ਦਾ ਦਾਅਵਾ ਕਰਦੀਆਂ ਹੈਗੀਆਂ। ਬਹੁਤ ਸਾਰੇ ਨੌਜਵਾਨਾਂ ਨੂੰ ਅੰਦਰ ਜੇਲ੍ਹਾਂ ਦੇ ਵਿੱਚ ਤੁੰਨ ਦਿੱਤਾ ਜਾਂਦਾ ਆ। ਦੋਸਤੋ, ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇੱਕ ਅਹਿਮ ਵਿਸ਼ੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਉਹ ਵਿਸ਼ਾ ਅੱਜ ਚਰਚਾ ਦੇ ਵਿੱਚ ਵੀ ਬਹੁਤ ਹੈ, ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ, ਸੁਰਖੀਆਂ ਦੇ ਵਿੱਚ ਹੈ, ਲੇਕਿਨ ਉਸ ਵਿਸ਼ੇ ਦੇ ਉੱਪਰ ਉਹਦੇ ਮੂਲ ਕਾਰਨ ਟੱਚ ਕਿਉਂ ਨਹੀਂ ਕੀਤੇ ਜਾ ਰਹੇ। ਭਾਵ ਜਿੱਥੇ ਗੱਲ ਕਰਨੀ ਚਾਹੀਦੀ ਹੈ, ਜਿਹੜੀਆਂ ਜ਼ਿੰਮੇਵਾਰ ਤੱਤ ਹਨ ਇਸ ਮੁੱਦੇ ਦੇ, ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਫਿਰ ਆਪਣੇ ਆਪ ਦੇ ਵਿੱਚ ਹੀ ਪੰਜਾਬ ਦੇ ਵਿੱਚ ਜਾ ਕੇ ਗੱਲ ਕਿਉਂ ਕੀਤੀ ਜਾ ਰਹੀ ਆ। ਮੇਰਾ ਮੁਰਾਦ ਆ ਜਿਹੜਾ ਵਿਸ਼ਾ ਹੈਗਾ, ਬੜਾ ਸਿੰਸੀਅਰ ਵਿਸ਼ਾ ਜਿਹੜਾ ਪੰਜਾਬ ਦੇ ਵਿੱਚ ਗੈਂਗ ਕਲਚਰ ਦਾ ਪੈਦਾ ਹੋਣਾ, ਨਸ਼ਿਆਂ ਅਤੇ ਗੈਂਗ ਕਲਚਰ ਦਾ ਕੋਰਲੇਟ ਹੋਣਾ, ਸਿਆਸੀ ਪੁਸਤਪਨਾਈ ਦੇ ਨਾਲ ਇਸ ਦਾ ਪਲਣਾ, ਵੱਖ-ਵੱਖ ਸਰਕਾਰਾਂ, ਅਕਾਲੀ ਦਲ, ਕਾਂਗਰਸ, ਭਾਜਪਾ, ਸੈਂਟਰ ਗੌਰਮੈਂਟ, ਸਰਕਾਰੀ ਏਜੰਸੀਆਂ ਦਾ ਕੀ ਰੋਲ ਹੈਗਾ ਆ। ਇਹਦੇ ਵਿੱਚ ਅਸੀਂ ਗੱਲ ਕਰੀਏ ਤੇ ਲਗਾਤਾਰ ਪੰਜਾਬ ਦੇ ਸਿਰਕੱਢ ਨੌਜਵਾਨਾਂ ਦਾ, ਚਾਹੇ ਉਹ ਕਲਾਕਾਰ ਹੋਣ, ਕਬੱਡੀ ਖਿਡਾਰੀ ਹੋਣ ਜਾਂ ਬਾਲੀਵੁੱਡ ਦੇ ਕਲਾਕਾਰ ਹੋਣ, ਉਹਨਾਂ ਦਾ ਮਾਰਿਆ ਜਾਣਾ, ਜਿਨ੍ਹਾਂ ਦੀ ਇੱਕ ਪੰਜਾਬ ਦੇ ਵਿੱਚ, ਪੰਜਾਬ ਤੋਂ ਵਰਲਡ ਭਰ ਦੇ ਵਿੱਚ ਪਹਿਚਾਣ ਸੀ। ਸੋ ਆਪਣੇ ਆਪ ਦੇ ਵਿੱਚ ਇੱਕ ਬੜਾ ਚਿੰਤਾ ਦਾ ਵਿਸ਼ਾ। ਲੇਕਿਨ ਮੋਸਟਲੀ ਜੇ ਮੈਂ ਗੱਲ ਕਰਾਂਗਾ, ਬਹੁਤ ਸਾਰੇ ਟੀਵੀ ਰੇਡੀਓ ਇਹਨੂੰ ਗੈਂਗਵਾਰ, ਗੈਂਗ ਕਲਚਰ ਦੇ ਨਾਂ ਦੇ ਨਾਲ ਹੀ ਗੱਲ ਕਰਕੇ ਡਿਬੇਟ ਕਰ ਰਹੇ ਆ। ਮੇਰਾ ਜਿਹੜੇ 2-4 ਪੁਆਇੰਟ ਆਫ ਵਿਊ ਹੈਗੇ ਆ ਗੱਲ ਕਰਨ ਦੇ, ਮੈਂ ਇਹ ਗੱਲ ਕਰੂੰਗਾ ਕਿ ਆਖਰ ਜਿਹੜਾ ਗੈਂਗ ਕਲਚਰ ਆ ਪੈਦਾ ਕਿੱਥੋਂ ਹੋਇਆ, ਫਿਰ ਨਸ਼ਿਆਂ ਦਾ ਕਾਰੋਬਾਰ ਤੇ ਇਹਨਾਂ ਦਾ ਆਪਸ ਕੋਲਰੇਸ਼ਨ ਕੀ ਹੈਗਾ ਆ, ਜਿਹੜਾ ਗੈਂਗਵਾਰ ਜਾਂ ਗੈਂਗ ਦੀ ਦੁਨੀਆ ਹੈਗੀ ਆ, ਇਹਦੇ ਲਈ ਪੈਦਾ ਕਰਨ ਵਾਲੇ ਜ਼ਿੰਮੇਵਾਰ ਤੱਤ ਕੌਣ ਹੈਗੇ। ਸਿਆਸੀ ਪੁਸਤਬਨਾਈ ਪੰਜਾਬ ਲੈਵਲ ਤੇ ਸੈਂਟਰ ਲੈਵਲ ਤੇ, ਏਜੰਸੀਆਂ ਦੇ ਲੈਵਲ ਤੇ ਕਿਸ ਤਰ੍ਹਾਂ ਚਲਾਈ ਗਈ ਆ ਕਿ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਆਪਣੇ ਵਿਰਾਸਤ ਨੂੰ ਪਿਆਰ ਕਰਨ ਵਾਲੇ, ਕਿਉਂਕਿ ਰਵਾਇਤੀ ਸ਼ਸਤਰਾਂ ਦੀ ਗੱਲ ਸਦਾ ਹੀ ਰਹੀ ਆ, ਜਦੋਂ ਤੱਕ ਸਿੱਖ ਰਹਿਣਗੇ ਉਹਨਾਂ ਚਿਰ ਤੱਕ ਸ਼ਸਤਰਾਂ ਦੀ ਗੱਲ ਨਾਲ ਹੀ ਚੱਲਦੀ ਰਹੂਗੀ। ਲੇਕਿਨ ਉਹਨਾਂ ਦਾ ਇੱਕ ਮੂਲ ਨਿਯਮ ਸੀਗਾ, ਜਿਹੜਾ ਸਿੱਖ ਧਰਮ ਦਾ ਸਿਧਾਂਤ ਸੀਗਾ, ਉਹਦੇ ਤੋਂ ਲੱਖ ਕਰਕੇ ਉਹਨਾਂ ਨੌਜਵਾਨਾਂ ਨੂੰ ਹਥਿਆਰਾਂ ਦੇ ਬਿਹਾਵ ਦੇ ਉੱਪਰ ਅਪਰਾਧਿਕ ਦੁਨੀਆ ਦੇ ਵਿੱਚ ਧਕੇਲਣਾ ਇੱਕ ਬੜਾ ਵੱਡਾ ਟਰਨ ਪੁਆਇੰਟ ਹੈਗਾ ਪੰਜਾਬ ਦੇ ਪਿਛਲੇ 15-20 ਸਾਲ ਤੋਂ, ਜਿਹੜਾ ਕਿ ਬੜਾ ਸੋਚਣ ਸਮਝਣ ਦੀ ਲੋੜ ਹੈਗੀ ਆ ਕਿ ਆਖਰ ਇਹਦੇ ਪਿੱਛੇ ਕਾਰਨ ਕੀ ਨੇ। ਸੋ ਜੇ ਮੈਂ ਇਹ ਗੱਲ ਕਰਾਂ ਕਿ 2-4 ਜਿਹੜੇ ਮੈਂ ਤੁਹਾਡੇ ਨਾਲ ਵਿਸ਼ੇ ਟੱਚ ਕਰਨਾ ਚਾਹੁੰਦਾ ਆ, ਇਹਦੇ ਵਿੱਚ ਜਿਹੜੇ ਪੁਆਇੰਟ ਹੈਗੇ ਆ ਕਿ ਆਖਰਕਾਰ ਪੰਜਾਬ ਦੇ ਵਿੱਚ ਜਿਹੜਾ ਗੈਂਗ ਅਪਰਾਧਿਕ ਦੁਨੀਆ ਹੈਗੀ ਆ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਪਰ ਹਥਿਆਰਬੰਦ ਲਹਿਰਾਂ ਸਮੇਂ-ਸਮੇਂ ਦੇ ਬਹੁਤ ਉੱਠੀਆਂ ਹੈਗੀਆਂ। ਆਪਣੇ ਇਤਿਹਾਸ ਦੀ ਗੱਲ ਕਰੀਏ ਤੇ ਉਹਨੂੰ ਜ਼ਿਆਦਾ ਪੜਚੋਲਣ ਦੀ ਲੋੜ ਨਹੀਂ ਹੈਗੀ। ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਜੰਗਾਂ, ਯੁੱਧਾਂ, ਜ਼ੁਲਮਾਂ ਦੇ ਖਿਲਾਫ ਲੜਾਈ ਦੇ ਵਿੱਚੋਂ ਪੈਦਾ ਹੋਇਆ ਅਤੇ ਸਮੇਂ-ਸਮੇਂ ਦੇ ਨਾਲ ਜ਼ੁਲਮ ਦਾ ਨਾਸ਼ ਕਰਨ ਦੇ ਲਈ, ਮਜ਼ਲੂਮਾਂ ਦੀ ਰੱਖਿਆ ਦੇ ਲਈ ਸਿੱਖ ਪੰਜਾਬ ਦੇ ਲੋਕ ਜਿਹੜੇ ਹੈਗੇ ਆ, ਉਹ ਹਮੇਸ਼ਾ ਹਥਿਆਰ ਉਹਨਾਂ ਨੂੰ ਚੁੱਕਣੇ ਪਏ, ਉਹ ਚੁੱਕਦੇ ਰਹੇ ਹਨ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਥਨ ਦੇ ਅਨੁਸਾਰ ਹਮੇਸ਼ਾ ਸਿੱਖ ਸ਼ਸਤਰਧਾਰੀ ਰਿਹਾ ਹੈਗਾ। ਲੇਕਿਨ ਉਸ ਦਾ ਸ਼ਸਤਰ ਰੱਖਣ ਦਾ ਮਤਲਬ ਕੀ ਸੀਗਾ, ਉਹਦਾ ਸਿਧਾਂਤ ਕੀ ਸੀਗਾ, ਇਹ ਇੱਕ ਬੜੀ ਸੋਚਣ ਵਾਲੀ ਗੱਲ ਹੈਗੀ ਆ ਕਿ ਉਹਨਾਂ ਦਾ ਜਿਹੜਾ ਹਥਿਆਰਾਂ ਦਾ ਨਿਸ਼ਾਨਾ ਸੀਗਾ ਹਮੇਸ਼ਾ ਜ਼ਾਲਮ ਹੁੰਦੇ ਸੀਗੇ, ਜ਼ੁਲਮ ਕਰਨ ਵਾਲੇ ਹੁੰਦੇ ਸੀਗੇ, ਨਾ ਕਿ ਆਪਸ ਵਿੱਚ ਭਰਾ ਮਾਰੂ ਜੰਗ ਹੁੰਦੀ ਸੀਗੀ। ਲੇਕਿਨ ਇਹ ਕੌਮੀ ਜਜ਼ਬਿਆਂ ਤੋਂ ਹਥਿਆਰਾਂ ਦੀ ਜਿਹੜੀ ਨੋਕ ਆ ਆਖਰਕਾਰ ਅਪਰਾਧਿਕ ਦੁਨੀਆ ਦੇ ਵਿੱਚ ਕਿੱਦਾਂ ਗਈ, ਇਹਦੇ ਕੀ ਕਾਰਨ ਹਨ, ਇਹਦੀ ਸ਼ੁਰੂਆਤ ਕਦੋਂ ਹੋਈ ਆ ਕਿ ਇੱਕ ਕੌਮੀ ਜਜ਼ਬਾ ਰੱਖਣ ਵਾਲੀ ਕੌਮ ਪੰਜਾਬ ਦੀ ਧਰਤੀ ਦੇ ਬਸ਼ਿੰਦੇ ਆਖਰਕਾਰ ਇਸ ਅਪਰਾਧਿਕ ਦੁਨੀਆ ਵੱਲ ਨੂੰ ਕਿੱਦਾਂ ਟਵਿਸਟ ਹੋਏ, ਉਹਨਾਂ ਨੂੰ ਕੀਤਾ ਗਿਆ ਜਾਂ ਆਪਣੇ ਆਪ ਹੋਏ। ਇਹ ਇੱਕ ਬੜੀ ਸੋਚਣ ਵਾਲੀ ਗੱਲ ਹੈ, ਕਿਉਂਕਿ ਅੱਜ ਤੋਂ 25 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ
ਜਿਹੜੇ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਇੱਕ ਹਥਿਆਰਬੰਦ ਜਿਹੜਾ ਸੰਘਰਸ਼ ਚੱਲਿਆ ਸੀ, ਉਹਦਾ ਸਿੱਧਾ ਚੈਲੰਜ ਸਟੇਟ ਨੂੰ ਸੀਗਾ ਉਸ ਸਮੇਂ। ਲੇਕਿਨ ਉਹ ਕਿਹੜੇ ਕਾਰਨ ਹੋਏ ਕਿ ਜਦੋਂ ਇਹ ਇਸ਼ੂ ਜਿਹੜਾ ਸੀਗਾ ਟਰਨਡ ਪੁਆਇੰਟ ਹੋਇਆ, ਇਹ ਜਿਹੜੇ ਹਥਿਆਰਾਂ ਦੀ ਇੱਕ ਸੇਧ ਸੀਗੀ ਆਪਣੇ ਵੱਲ ਨੂੰ ਹੀ ਸਿੱਧੀ ਹੋਈ ਤੇ ਅੱਜ ਉਹਦਾ ਸ਼ਿਕਾਰ ਸਾਡੇ ਨਾਮਵਰ ਨੌਜਵਾਨ ਜਿਨ੍ਹਾਂ ਨੇ ਵਰਲਡ ਭਰ ਦੇ ਵਿੱਚ ਬੜਾ ਨਾਮਣਾ ਖੱਟਿਆ, ਉਹ ਕਿਉਂ ਹੋ ਰਹੇ ਆ। ਇਹ ਇੱਕ ਬੜੀ ਸੋਚਣ ਵਾਲੀ ਗੱਲ ਹੈ, ਬੜਾ ਸੰਜੀਦਾ ਮੁੱਦਾ ਹੈਗਾ ਆ। ਜੜ ਤੱਕ ਜਾਣ ਦੀ ਲੋੜ ਹੈਗੀ ਕਿ ਆਖਰਕਾਰ ਕਾਰਨ ਕੀ ਹੈਗੇ ਆ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਬੰਦਾ ਮਾਰਨ ਲੱਗਿਆ 2 ਮਿੰਟ ਕਿਉਂ ਲੱਗਦੇ ਹੈਗੇ ਆ। ਇੰਨੇ ਆਧੁਨਿਕ ਹਥਿਆਰ ਪਹਿਲਾਂ ਵੀ ਸੀ, ਲੇਕਿਨ ਉਸ ਸਮੇਂ ਦੇ ਉੱਪਰ ਸੰਜੀਦਾਪਨ ਬਹੁਤ ਜ਼ਿਆਦਾ ਸੀ। ਅੱਜ ਸੰਜੀਦਾਪਨ ਕਿੱਥੇ ਗਿਆ ਹੈਗਾ ਆ, ਜਾਂ ਫਿਰ ਆਪਾਂ ਗਏ ਇਹ ਗੱਲ ਕਹਿ ਲਈਏ ਕਿ ਇਹ ਹਥਿਆਰਾਂ ਦੀ ਸਪਲਾਈ ਕਿੱਥੋਂ ਆ ਰਹੀ ਆ, ਬਾਰਡਰ ਪਾਰੋਂ ਆ ਰਹੀ ਆ ਤੇ ਕਿੱਦਾਂ ਆ ਰਹੀ ਆ। ਸਾਡੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਜਿਹੜੀਆਂ ਉਹ ਕੀ ਕਰ ਰਹੀਆਂ ਹੈਗੀਆਂ, ਜਾਂ ਉਹ ਅੱਖਾਂ ਮੂਦ ਕੇ ਬੈਠੀਆਂ ਨੇ, ਜਾਣ ਬੁੱਝ ਕੇ ਹਥਿਆਰ ਆਉਣ ਦਿੱਤੇ ਜਾ ਰਹੇ ਆ। ਕਿਉਂਕਿ ਮੋਸਟਲੀ ਤੁਸੀਂ ਮੀਡੀਆ ਦੀਆਂ ਰਿਪੋਰਟਾਂ ਇਹ ਪੜ੍ਹੀਆਂ ਹੋਣਗੀਆਂ ਕਿ ਜਿਹੜੀਆਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਉਹ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ ਇਦਾਂ ਦਾ ਪ੍ਰੋਪੇਗੰਡਾ ਕਰਕੇ ਅੱਜ ਦੇ ਦਿਨ ਦੇ ਵਿੱਚ ਵੱਡੀ ਪੱਧਰ ਤੇ ਕਿਤੇ ਨਾ ਕਿਤੋਂ ਹਥਿਆਰਾਂ ਦੀ ਖੇਪ ਫੜਨ ਦਾ ਦਾਅਵਾ ਕਰਦੀਆਂ ਹੈਗੀਆਂ। ਬਹੁਤ ਸਾਰੇ ਨੌਜਵਾਨਾਂ ਨੂੰ ਅੰਦਰ ਜੇਲ੍ਹਾਂ ਦੇ ਵਿੱਚ ਤੁੰਨ ਦਿੱਤਾ ਜਾਂਦਾ ਆ। ਉਸ ਸਮੇਂ ਤੇ ਉਹਨਾਂ ਦਾ ਜਿਹੜਾ ਖੁਫੀਆ ਤੰਤਰ ਹੈਗਾ ਉਹਦਾ ਬੜਾ ਵੱਡਾ ਦਾਅਵਾ ਕੀਤਾ ਜਾਂਦਾ ਹੈ ਕਿ ਕੋਈ ਵੀ ਵਾਰਦਾਤ ਹੋਣ ਤੋਂ ਪਹਿਲਾਂ ਜਿਹੜਾ ਸੁਰੱਖਿਆ ਏਜੰਸੀਆਂ ਜਾਂ ਪੰਜਾਬ ਪੁਲਿਸ ਨੂੰ ਕੋਰਲੇਟ ਕਰਕੇ ਗੱਲ ਕੀਤੀ ਜਾਂਦੀ ਆ ਕਿ ਉਹ ਪਹਿਲਾਂ ਹੀ ਪਤਾ ਲੱਗ ਗਿਆ ਤੇ ਪਹਿਲਾਂ ਹੀ ਨੌਜਵਾਨਾਂ ਨੂੰ ਫੜ ਲਿਆ, ਜਾਂ ਛੋਟੀ ਮੋਟੀ ਘਟਨਾ ਇਦਾਂ ਦੀ ਸਿਰਜੀ ਜਾਂਦੀ ਆ ਕਿ ਇਹ ਵਾਕਿਆ ਹੀ ਉਹਨੂੰ ਕੋਰਲੇਟ ਕੀਤਾ ਜਾਂਦਾ। ਈਵਨ ਹੁਣ ਅੱਜ ਦੇ ਮੁੱਦੇ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਬਹੁਤ ਸਾਰੀ ਜਿਹੜਾ ਸਿੱਖ ਸੰਘਰਸ਼ ਹੈਗਾ ਉਹਨੂੰ ਗੈਂਗਵਾਰ ਦੇ ਨਾਲ ਕੋਰਲੇਟ ਕਰਕੇ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਤਾਂ ਜੋ ਪੰਜਾਬ ਦੇ ਜਿਹੜੇ ਹੱਕਾਂ ਦੀ ਲੜਾਈ ਹੈਗੀ ਆ ਉਹਨੂੰ ਬਦਨਾਮ ਕੀਤਾ ਜਾ ਸਕੇ। ਸੋ ਬੇਸਿਕਲੀ ਜੇ ਮੈਂ ਇਹ ਗੱਲ ਕਰਾਂ ਕਿ ਆਖਰਕਾਰ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਆ, ਇਹਨੂੰ ਕਿੰਨੀ ਸਿਆਸੀ ਪੁਸਤਪਰਾਈ ਸੀ ਤੇ ਇਹਦੇ ਵਿੱਚ ਏਜੰਸੀਆਂ ਦੀ ਘੁਸਪੈਠ ਕਦੋਂ ਹੁੰਦੀ ਆ। ਅੱਜ ਦੀ ਡੇਟ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਜਿਹੜਾ ਗੈਂਗਵਾਰ ਦੀ ਦੁਨੀਆ ਹੈਗੀ ਆ ਉਹਦੇ ਵਿੱਚ ਬੜੀ ਛੋਟੀ ਉਮਰ ਦੇ ਨੌਜਵਾਨ 16 ਸਾਲ ਤੋਂ ਲੈ ਕੇ 22 ਸਾਲ ਤੱਕ ਦੇ ਜਿਹੜੇ ਨੌਜਵਾਨ ਇਨਵੋਲਵ ਹੈਗੇ, ਇੰਨੀ ਛੋਟੀ ਉਮਰ ਦੇ ਵਿੱਚ ਕਦੋਂ ਉਹ ਵੱਡੇ ਹੋਏ, ਕਦੋਂ ਉਹਨਾਂ ਦੀ ਸੋਚ ਕੰਮ ਕਰਨ ਲੱਗੀ ਤੇ ਕਦੋਂ ਉਹ ਅਪਰਾਧਕ ਦੁਨੀਆ ਵਿੱਚ ਚਲੇ ਗਏ ਤੇ ਕਦੇ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਕਦੋਂ ਸ਼ਿਕਾਰ ਹੋਏ। ਕਿਉਂਕਿ ਝੂਠੇ ਪੁਲਿਸ ਮੁਕਾਬਲੇ ਪਹਿਲਾਂ ਵੀ ਬਣੇ ਆ ਨੌਜਵਾਨਾਂ ਦੇ ਪੰਜਾਬ ਦੇ ਵਿੱਚ, ਉਹਨਾਂ ਦਾ ਇੱਕ ਆਧਾਰ ਹੋਰ ਬਣਾਇਆ ਗਿਆ। ਲੇਕਿਨ ਅੱਜ ਦੀ ਡੇਟ ਦੇ ਵਿੱਚ ਨੌਜਵਾਨ ਅੱਜ ਵੀ ਜਿਹੜੇ ਮਾਰੇ ਜਾ ਰਹੇ ਆ, ਚਾਹੇ ਉਹ ਗੈਂਗਵਾਰ ਦੇ ਵਿੱਚ ਮਾਰੇ ਜਾ ਰਹੇ ਆ, ਉਹਨੂੰ ਗੈਂਗਵਾਰ ਦਾ ਨਾਂ ਦੇਣਾ ਵੈਸੇ ਗਲਤ ਹੈਗੀ ਆ। ਇੱਕ ਬੜਾ ਵੱਡਾ ਪ੍ਰੋਪੇਗੰਡਾ ਚੱਲ ਰਿਹਾ ਆ, ਜਿਸ ਪ੍ਰੋਪੇਗੰਡੇ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਸ਼ਿਕਾਰ ਹੋ ਰਹੇ ਆ। ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਹੀ ਹਥਿਆਰਾਂ ਪ੍ਰਤੀ ਆਕਰਸ਼ਿਤ ਹੋਣਾ ਪੰਜਾਬ ਦਾ ਵਿਰਸਾ ਹੈਗਾ ਆ, ਇਸ ਗੱਲ ਨੂੰ ਚੇਸ ਕੀਤਾ ਜਾਂਦਾ ਆ। ਔਰ ਜੇ ਮੈਂ ਗੱਲ ਕਰਾਂ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਪਨਪ ਚੁੱਕਾ ਜਿਹੜਾ ਅਪਰਾਧਕ ਦੁਨੀਆ ਪੰਜਾਬ ਦੇ ਵਿੱਚ ਸਿਰਜੀ ਗਈ ਆ, ਪੈਦਾ ਕੀਤੀ ਗਈ ਆ, ਇਹਦੇ ਮਕਸਦ ਕੀ ਆ ਇਹ ਮੈਂ ਅੱਗੇ ਜਾ ਕੇ ਗੱਲ ਕਰੂੰ। ਲੇਕਿਨ ਅੱਜ ਦੀ ਡੇਟ ਦੇ ਵਿੱਚ ਸਿਚੁਏਸ਼ਨ ਇਹ ਬਣੀ ਪਈ ਆ ਕਿ ਜਿਹੜੀ ਅਪਰਾਧਕ ਦੁਨੀਆ ਹੈਗੀ ਆ ਵਰਲਡ ਲੈਵਲ ਦੇ ਉੱਪਰ ਅੰਤਰਰਾਸ਼ਟਰੀ ਵੱਡੇ ਪੱਧਰ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਪੰਜਾਬ ਜਿਹੜਾ ਇੰਡੀਆ ਦੇ ਮੂਲ ਦੀਆਂ ਜਿਹੜੀਆਂ ਗੈਂਗਵਾਰ ਜਿਹੜੇ ਗਰੁੱਪ ਹੈਗੇ ਆ ਉਹਨਾਂ ਦੀਆਂ ਜੜ੍ਹਾਂ ਕੈਨੇਡਾ, ਅਮਰੀਕਾ ਤੇ ਹੋਰ ਵੱਡੇ ਮੁਲਕਾਂ ਦੇ ਵਿੱਚ ਵੀ ਫੈਲ ਚੁੱਕੀਆਂ ਨੇ। ਇਹਦੇ ਦਰਮਿਆਨ ਇੱਕ ਵੱਡਾ ਸਵਾਲ ਪੈਦਾ ਹੁੰਦਾ ਕਿ ਜਿਹੜੀਆਂ ਇੰਡੀਆ ਦੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਨੇ ਉਹਨਾਂ ਜਿਸ ਤਰ੍ਹਾਂ ਉਹ ਦਾਅਵਾ ਕਰਦੀਆਂ ਹੈਗੀਆਂ ਕਿ ਉਹਨਾਂ ਵੱਲੋਂ ਜਿਹੜੇ ਖਾਲਿਸਤਾਨੀ ਤੱਤ ਉਹ ਕਹਿੰਦੇ ਹੈਗੇ ਆ ਕਿ ਉਹਨਾਂ ਨੂੰ ਕਰਵ ਕਰਨ ਦੇ ਲਈ ਇੰਟਰਪੋਲ ਦੇ ਰਾਹੀਂ ਦੂਜੇ ਦੇਸ਼ਾਂ ਤੱਕ ਪਹੁੰਚ ਕੀਤੀ ਜਾਂਦੀ ਆ, ਵੱਡੇ ਵੱਡੇ ਡਾਕੂਮੈਂਟ ਤਿਆਰ ਕਰਕੇ ਕੈਨੇਡਾ, ਇੰਗਲੈਂਡ ਦੀਆਂ ਸਰਕਾਰਾਂ ਨੂੰ ਦਿੱਤੇ ਜਾਂਦੇ ਆ। ਇਸ ਦਰਮ ਦੇ ਵਿੱਚ ਜਿਹੜੀ ਅਪਰਾਧਕ ਦੁਨੀਆ ਹੈਗੀ ਆ ਇਹਨੂੰ ਕਰਵ ਕਰਨ ਦੇ ਲਈ ਅੰਤਰਰਾਸ਼ਟਰੀ ਪੱਧਰ ਤੇ ਸੁਰੱਖਿਆ ਏਜੰਸੀਆਂ ਨੇ ਹੁਣ ਤੱਕ ਕਿੰਨੀ ਕੁ ਪਹੁੰਚ ਕੀਤੀ ਹੈ, ਇਹ ਬੜੀ ਇੱਕ ਸੋਚਣ ਵਾਲੀ ਗੱਲ ਹੈਗੀ ਆ। ਮੈਂ ਹੁਣ ਸੀਕੁਐਂਸੀ ਦੇ ਨਾਲ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਇਹ ਅਪਰਾਧਕ ਦੁਨੀਆ ਪੈਦਾ ਕਦੋਂ ਹੋਈ। ਅਪਰਾਧਕ ਦੁਨੀਆ ਤੋਂ ਭਾਵ ਹੈ ਕਿ ਜਿਹਦਾ ਕੋਈ ਮਕਸਦ ਨਹੀਂ ਹੈ, ਕੋਈ ਕੌਮੀ ਮਕਸਦ ਨਹੀਂ ਹੈ, ਕੋਈ ਮਾਨਵਤਾ ਦਾ ਮਕਸਦ ਨਹੀਂ ਹੈ, ਸਿਰਫ ਤੇ ਸਿਰਫ ਉਹ ਨਿੱਜੀ ਲੜਾਈ ਬਣ ਕੇ
ਨੂੰ ਬਣਾਇਆ ਜਾ ਰਿਹਾ ਤੇ ਨਿੱਜੀ ਲੜਾਈ ਦੇ ਵਿੱਚ ਨੌਜਵਾਨਾਂ ਨੂੰ ਵਰਤ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਆ। ਸੋ ਇੱਕ ਜੇ ਮੈਂ ਗੱਲ ਕਰਾਂ ਕਿ ਨਕਸਲਵਾਦੀ ਲਹਿਰ ਤੋਂ ਬਾਅਦ ਇੱਕ ਲਹਿਰ ਹੋਰ ਚੱਲੀ ਪੰਜਾਬ ਦੇ ਵਿੱਚ, ਵੱਡੀ ਲਹਿਰ ਚੱਲੀ ਖਾੜਕੂਵਾਦ ਦੀ ਲਹਿਰ। ਉਦੋਂ ਵੀ ਹਥਿਆਰਾਂ ਦੀ ਗੱਲ ਵੱਡੀ ਪੱਧਰ ਤੇ ਵਰਤੋਂ ਹੋਈ, ਚੱਲਣ ਦੀ ਗੱਲ ਹੋਈ ਅਤੇ ਫੜੇ ਜਾਣ ਦੀ ਗੱਲ ਵੀ ਹੋਈ। ਲੇਕਿਨ ਉਹਨਾਂ ਦਾ ਇੱਕ ਮਕਸਦ ਹੁਣ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਹ ਗੱਲ ਸਾਫ਼ ਤੇ ਸਪਸ਼ਟ ਹੈ ਕਿ ਕੌਮੀ ਮਕਸਦ ਸੀਗਾ ਕਿ ਸਾਡੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਸਿੱਖਾਂ ਨੂੰ ਆਪਣੇ ਹੀ ਦੇਸ਼ ਦੇ ਵਿੱਚ ਇੱਕ ਦੁਸ਼ਮਣ ਕੌਮ ਦੇ ਵਾਂਗ ਨਿਪਟਿਆ ਗਿਆ। ਸੋ ਉਹਦੇ ਕਾਰਨ ਕਰਕੇ ਉਹ ਹਥਿਆਰਾਂ ਦਾ ਇੱਕ ਮੂਲ ਕਾਰਨ ਬਣਿਆ। ਹਾਲਾਂਕਿ ਭਾਰਤ ਸਰਕਾਰ ਉਹਨੂੰ ਅੱਤਵਾਦ ਦੇ ਖੇਮੇ ਦੇ ਵਿੱਚ ਹਮੇਸ਼ਾ ਪਾਉਂਦੀ ਰਹੀ ਆ। ਅਰੇ ਕੁਛ ਇੱਕ ਉਸ ਜਿਹੜੇ ਨੌਜਵਾਨ ਵੀ ਉਹ ਗਲਤ ਵੀ ਜ਼ਰੂਰ ਹੋਏ, ਤਾਂ ਹੀ ਉਹ ਜਿਹੜਾ ਸੰਘਰਸ਼ ਕਾਮਯਾਬ ਨਹੀਂ ਹੋ ਸਕਿਆ। ਉਹਦੇ ਵਿੱਚ ਵੀ ਸਰਕਾਰੀ ਏਜੰਸੀਆਂ ਦੀ ਵੱਡੀ ਪੱਧਰ ਤੇ ਇੱਕ ਘੁਸਪੈਠ ਹੋਈ, ਲੇਕਿਨ ਮਕਸਦ ਫਿਰ ਵੀ ਇੱਕ ਕੌਮੀ ਸੀਗਾ ਉਸ ਸੰਘਰਸ਼ ਦਾ। ਸੋ ਉਹ ਕੀ ਕਾਰਨ ਹੋਏ, ਕਦੋਂ ਸ਼ੁਰੂਆਤ ਹੋਈ ਕਿ ਇੱਕ ਅਪਰਾਧਕ ਦੁਨੀਆ ਜਿਹੜੀ ਹੈਗੀ ਆ ਉਹ ਕਦੋਂ ਸ਼ੁਰੂ ਹੁੰਦੀ ਹੈ ਜਿਹਦਾ ਕੋਈ ਮਕਸਦ ਹੀ ਨਹੀਂ। ਸੋ ਜੇ ਮੈਂ ਗੱਲ ਕਰਾਂ ਕਿ ਬੇਅੰਤ ਦੀ ਸਰਕਾਰ ਜਾਣ ਤੋਂ ਬਾਅਦ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਆ, ਅਕਾਲੀ ਦਲ ਪਾਵਰ ਤੋਂ ਬਾਹਰ ਚਲੇ ਜਾਂਦਾ ਆ। ਉਸ ਸਮੇਂ ਤੋਂ ਥੋੜਾ ਸ਼ੁਰੂਆਤ ਜਿਹੜੀ ਆ ਹੋਣੀ ਸ਼ੁਰੂਆਤ ਹੁੰਦੀ ਆ। ਲੇਕਿਨ 2007 ਤੋਂ ਜਦੋਂ ਤੋਂ ਅਕਾਲੀ ਭਾਜਪਾ ਦੀ ਸਰਕਾਰ ਇਹਦੇ ਵਿੱਚ ਪਾਵਰ ਦੇ ਵਿੱਚ 10 ਸਾਲ ਰਹਿੰਦੀ ਹੈਗੀ ਆ, ਇਹ ਸਮੇਂ ਦਰਮਿਆਨ ਵੱਡੀ ਪੱਧਰ ਤੇ ਹਥਿਆਰਾਂ ਦੇ ਲਾਇਸੈਂਸ ਨੌਜਵਾਨਾਂ ਨੂੰ ਦਿੱਤੇ ਗਏ। ਕੁਝ ਇੱਕ ਨਜਾਇਜ਼ ਹਥਿਆਰ ਜਿਹੜੇ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਆਜ਼ਾਦ ਹੋਏ, ਕਿੱਥੋਂ ਹੋਏ ਇੱਕ ਵਿਸ਼ਾ ਜਾਂਚ ਦਾ ਵਿਸ਼ਾ ਹੈਗਾ ਆ। ਲੇਕਿਨ ਜਿਹੜੇ ਛੋਟੀ ਉਮਰ ਦੇ ਨੌਜਵਾਨ ਸੀਗੇ, ਇਸੇ ਦਰਮਿਆਨ ਦੋ ਜਿਹੜੇ ਪ੍ਰੋਸੈਸ ਹੈਗੇ ਆ, ਘਿਨਾਉਣੇ ਪ੍ਰੋਸੈਸ ਜਿਹੜੇ ਉਹ ਚੱਲੇ ਪੰਜਾਬ ਦੇ ਵਿੱਚ। ਇੱਕ ਨਸ਼ਿਆਂ ਦਾ ਦਰਮਦਾਰ ਤੇ ਐਜ਼ ਵੈਲ ਐਜ਼ ਗੈਂਗ ਜਿਹਨੂੰ ਪੈਦਾ ਕੀਤਾ ਗਿਆ। ਬੇਸਿਕਲੀ ਇਹਦਾ ਮਰਜ਼ ਜਿਹੜਾ ਹੁੰਦਾ ਵਾ ਉਹ ਸਿਆਸੀ ਮੌਕਾ ਪ੍ਰਸਤੀ ਦੇ ਲਈ, ਬਦਮਾਸ਼ੀ ਕਰਨ ਦੇ ਲਈ, ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਵਾਸਤੇ, ਵਿਰੋਧੀਆਂ ਦੇ ਖਿਲਾਫ ਜਿਹੜਾ ਹਥਿਆਰਾਂ ਦੀ ਵਰਤੋਂ ਕਰਕੇ ਦਬਦਬਾ ਸਿਆਸੀ ਤੌਰ ਤੇ ਕਾਇਮ ਰੱਖਣ ਦੇ ਲਈ ਇਹ ਜਿਹੜੇ ਕੁਛ ਇੱਕ ਆਪਣੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਉਹਨਾਂ ਨੂੰ ਭਰਮਾ ਕੇ ਉਹਨਾਂ ਨੂੰ ਹਥਿਆਰ ਜਾਰੀ ਕਰਨੇ, ਉਹਨਾਂ ਨੂੰ ਆਪਣੇ ਲਈ ਵਰਤਣਾ, ਸੁੱਖ ਸਹੂਲਤਾਂ ਦੇਣੀਆਂ, ਨਸ਼ਿਆਂ ਦੇ ਵਿੱਚ ਪਾਉਣਾ। ਇਹਦੀ ਸ਼ੁਰੂਆਤ ਉਸ ਸਮੇਂ ਦਰਮਿਆਨ ਹੁੰਦੀ ਆ। ਬਹੁਤ ਸਾਰੇ ਪੰਜਾਬ ਦੇ ਜਿਹੜੇ ਕੁਛ ਇੱਕ ਮੰਤਰੀ ਜਿਹੜੇ ਕਿ ਆਪਣੇ ਆਪ ਦੇ ਵਿੱਚ ਵੀ ਯੰਗ ਸੀਗੇ, ਉਹ ਇਸ ਗੱਲ ਨੂੰ ਉਹਨਾਂ ਨੇ ਵੱਡੀ ਪੱਧਰ ਤੇ ਚੇਸ ਕੀਤਾ ਕਿ ਜਿਹੜੇ ਨੌਜਵਾਨ ਉਹਨਾਂ ਦੇ ਨਾਲ ਜੁੜੇ, ਇਸ ਕਰਕੇ ਕਿ ਇਹ ਸਾਡੇ ਪੰਥਕ ਜਿਹੜੇ ਨੌਜਵਾਨ ਆਗੂ ਹੈਗੇ ਆ ਤੇ ਇਹ ਸਾਨੂੰ ਲੀਡ ਕਰਨਗੇ। ਲੇਕਿਨ ਉਹਨਾਂ ਨੇ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਇਸ ਗੱਲ ਲਈ ਵਰਤਿਆ ਕਿ ਉਹਨਾਂ ਨੂੰ ਹਥਿਆਰ ਦਵਾ ਕੇ ਇੱਕ ਗੈਂਗ ਬਣਾਏ ਗਏ ਆਪਣੇ ਵਰਤਣ ਵਾਸਤੇ। ਇਕੱਲੇ ਇੱਕ ਪਾਰਟੀ ਦੇ ਨਹੀਂ, ਅਲੱਗ-ਅਲੱਗ ਪਾਰਟੀਆਂ ਦੇ ਮੈਂ ਗੱਲ ਕਰੂੰ, ਕਾਂਗਰਸ, ਅਕਾਲੀ, ਸਾਰਿਆਂ ਨੇ ਹੀ ਇੱਕ ਕਲਚਰ ਨਵਾਂ ਪੈਦਾ ਸ਼ੁਰੂ ਹੋਣਾ ਹੋਇਆ ਕਿ ਪਹਿਲਾਂ ਆਪ ਹੀ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਨੌਜਵਾਨਾਂ ਨੂੰ ਆਪਣੇ ਸਿਆਸੀ ਮਫਾਦਾਂ ਦੀ ਖਾਤਰ। ਜਦੋਂ ਉਹ ਹੱਥਾਂ ਤੋਂ ਨਿਕਲ ਜਾਂਦੇ ਰਹੇ ਤੇ ਉਹਨਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਜਾਂਦਾ ਰਿਹਾ। ਇਹ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ ਹੈਗੀਆਂ ਨੇ ਔਰ ਬਰਾਬਰ ਰੂਪ ਵਿੱਚ ਜਿਹੜਾ ਨਸ਼ਿਆਂ ਦਾ ਨੈਟਵਰਕ ਉਹ ਵੀ ਫੈਲਾਇਆ ਗਿਆ ਆਪਣਾ ਵਪਾਰ ਵਧਾਉਣ ਵਾਸਤੇ, ਨਜਾਇਜ਼ ਤੌਰ ਤੇ ਪੈਸਾ ਵਧਾਉਣ ਵਾਸਤੇ। ਸੋ ਪੰਜਾਬ ਦੇ ਵਿੱਚ ਹੌਲੀ ਇੱਕ ਕਲਚਰ ਪੈਦਾ ਹੋਇਆ ਕਿ ਹਥਿਆਰ ਰੱਖਣੇ, ਪਿਸਤੌਲ ਰੱਖਣੇ, ਆਮ ਲੜਾਈ ਦੇ ਵਿੱਚ ਉਹਨਾਂ ਦੀ ਵਰਤੋਂ ਹੋਣੀ, ਗੋਲੀਆਂ ਚੱਲਣੀਆਂ। ਇਹ ਦਰਮਦਾਰ ਹੌਲੀ ਵੱਧਦਾ ਗਿਆ। ਅਕਾਲੀ ਦਲ ਦੀ ਸਰਕਾਰ ਦਾ ਅੰਤ ਆਉਣ ਤੱਕ ਪੂਰੇ ਤੌਰ ਤੇ ਅਖਬਾਰਾਂ ਦੀਆਂ ਸੁਰਖੀਆਂ ਆਮ ਹੀ ਇਹ ਬਣਨ ਲੱਗੀਆਂ ਕਿ ਪੰਜਾਬ ਦੇ ਛੋਟੀ ਉਮਰ ਦੇ ਨੌਜਵਾਨਾਂ ਕੋਲ ਵੱਡੀ ਪੱਧਰ ਤੇ ਹਥਿਆਰ ਹਨ ਅਤੇ ਛੋਟੀ ਜਿਹੀ ਬਹਿਸ ਹੋਣ ਤੋਂ ਬਾਅਦ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ। ਸੋ ਸਮਾਂ ਹੁਣ ਜਿਹੜਾ ਉਸ ਤੋਂ ਬਾਅਦ ਇੰਨੀ ਵੱਡੀ ਪੱਧਰ ਤੇ ਕਿ ਇਹਦਾ ਨੈਟਵਰਕ ਅੰਤਰਰਾਸ਼ਟਰੀ ਪੱਧਰ ਤੇ ਵੀ ਫੈਲਿਆ। ਹੌਲੀ ਇਹ ਜਿਹੜਾ ਸਰਗਣੇ ਸੀਗੇ, ਜਿਹੜੇ ਗਰੋਹ ਸੀਗੇ, ਉਹ ਸਿਆਸੀ ਆਗੂਆਂ ਤੋਂ ਹੀ ਆਕੀ ਹੋ ਕੇ ਪਾਸੇ ਜਿਹੜਾ ਆਪਣੇ ਤੌਰ ਤੇ ਚੱਲਣ ਲੱਗੇ। ਬਹੁਤ ਸਾਰੇ ਗਰੁੱਪ ਜਿਹੜੇ ਵੱਡੀ ਪੱਧਰ ਤੇ ਬਣਨੇ ਸ਼ੁਰੂ ਹੋਏ। ਹੌਲੀ ਜਿਹੜਾ ਪੈਸਾ ਸੀਗਾ ਇਹਨਾਂ ਵੱਲੋਂ ਇਕੱਠਾ ਕੀਤਾ ਜਾਂਦਾ, ਨਸ਼ਿਆਂ ਦੀ ਵਿਕਰੀ ਤੋਂ ਪੈਸਾ ਜਿਹੜਾ ਇਕੱਠਾ ਕੀਤਾ ਜਾਂਦਾ ਆ ਅਤੇ ਲੁੱਟਾਂ ਖੋਹਾਂ ਤੋਂ ਜਿਹੜਾ ਪੈਸਾ ਇਕੱਠਾ ਕੀਤਾ ਜਾਂਦਾ, 2 ਨੰਬਰ ਦਾ ਪੈਸਾ ਉਹਨੂੰ ਕਵਾਂਗੇ, ਉਹਨੂੰ 1 ਨੰਬਰ ਦੇ ਵੇਲੇ ਕਰਨ ਦੇ ਲਈ ਜਿਹੜੇ ਕਬੱਡੀ ਫੈਡਰੇਸ਼ਨਾਂ ਹੈਗੀਆਂ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ, ਉਹਨਾਂ ਵਿੱਚ ਪੈਸਾ ਲਗਾਉਣਾ ਸ਼ੁਰੂ ਕੀਤਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਲੀਵੁੱਡ ਦੇ ਵਿੱਚ
ਕਿਸੇ ਸਮੇਂ ਅੰਡਰਵਰਲਡ ਦਾ ਪੈਸਾ ਜਿਹੜਾ ਸੀ ਫਿਲਮਾਂ 'ਚ ਲੱਗਣਾ ਸ਼ੁਰੂ ਹੋਇਆ ਅਤੇ ਕਲਾਕਾਰਾਂ ਨੂੰ ਆਪਣੇ ਲਈ ਵਰਤਣ ਦੇ ਲਈ ਦਬਾਅ ਵੀ ਪਾਉਣਾ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਕਬੱਡੀ ਫੈਡਰੇਸ਼ਨਾਂ ਦੇ ਪਿੱਛੇ ਜਿਹੜੇ ਅਪਰਾਧਕ ਦੁਨੀਆ ਹੈਗੀ ਸੀਗੀ, ਜਿਹੜੇ ਗਰੋਹ ਪੈਦਾ ਕੀਤੇ ਗਏ ਸੀਗੇ ਸਿਆਸੀ ਆਗੂਆਂ ਵੱਲੋਂ, ਉਹਨਾਂ ਵੱਲੋਂ ਆਪਣੇ ਪੈਸੇ ਨੂੰ ਇੱਕ ਨੰਬਰ ਕਰਨ ਵਾਸਤੇ ਜਾਂ ਸਿਆਸੀ ਆਗੂਆਂ ਦੇ ਨਾਲ ਰਲੇਵੇਂ ਦੇ ਨਾਲ ਵੀ, ਆਪਾਂ ਇਹਨਾਂ ਨੂੰ ਅਲੱਗ ਨਹੀਂ ਕਰ ਸਕਦੇ, ਆਪਣਾ 2 ਨੰਬਰ ਦਾ ਪੈਸਾ ਇੱਕ ਕਰਨ ਲਈ ਕਬੱਡੀ ਫੈਡਰਾਂ 'ਚ ਪੈਸਾ ਲਾਉਣਾ, ਕਲਾਕਾਰਾਂ ਦੇ ਗਾਣਿਆਂ 'ਚ, ਕਲਾਕਾਰਾਂ ਦੀਆਂ ਫਿਲਮਾਂ 'ਚ ਪੈਸਾ ਲਾਉਣਾ ਅਤੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਨਾ, ਟਸਲਬਾਜ਼ੀ ਹੋਣੀ। ਇਹ ਸਾਰੀਆਂ ਗੱਲਾਂ ਹੌਲੀ ਹੌਲੀ ਜਿਹੜੀਆਂ ਮੀਡੀਆ ਦੇ ਵਿੱਚ ਸਾਹਮਣੇ ਆਉਣ ਲੱਗੀਆਂ, ਉਸ ਤੋਂ ਬਾਅਦ ਕਲਾਕਾਰਾਂ ਨੂੰ ਧਮਕੀਆਂ ਵੀ ਮਿਲਣ ਲੱਗੀਆਂ। ਸੋ ਆਪਾਂ ਇਹ ਗੱਲ ਹੁਣ ਇਸ ਪੁਆਇੰਟ 'ਤੇ ਆਏ ਹੈਗੇ ਆ ਕਿ ਇਹ ਦੁਨੀਆ ਸਿਰਜੀ ਕਿੱਦਾਂ ਗਈ, ਅਤੇ ਹੁਣ ਆਪਾਂ ਇੱਕ ਨਵਾਂ ਪੁਆਇੰਟ ਇਹਦੇ ਵਿੱਚ ਸਾਂਝਾ ਕਰਾਂਗੇ ਕਿ ਇਹਦੇ ਵਿੱਚ ਪੰਜਾਬ ਲੈਵਲ ਤੋਂ ਬਾਅਦ ਜਿਹੜੀ ਏਜੰਸੀਆਂ ਸੀਗੀਆਂ ਉਹਨਾਂ ਨੇ ਕੀ ਕੀਤਾ ਹੁਣ ਤੱਕ, ਕਿੰਨਾ ਕੁ ਕਰਵ ਕਰ ਪਾਇਆ ਜਾਂ ਉਹਨਾਂ ਨੇ ਕਰਨਾ ਵੀ ਚਾਹਿਆ ਜਾਂ ਨਹੀਂ। ਕਿਉਂਕਿ ਵੱਡੀ ਪੱਧਰ ਦੇ ਉੱਪਰ ਇੱਕ ਏਜੰਸੀਆਂ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਕੰਮ ਸੁਰੱਖਿਆ ਏਜੰਸੀਆਂ ਬਰਾਬਰ ਦੇ ਰੂਪ ਵਿੱਚ ਚਾਹੁਣ ਤਾਂ ਉਹ ਇਸ ਨੂੰ ਨੈਟਵਰਕ ਨੂੰ ਤੋੜ ਸਕਦੇ ਹੈਗੇ ਆ, ਕਿਉਂਕਿ ਇਕੱਲਾ ਪੰਜਾਬ ਸਰਕਾਰ ਦੀ ਸਟੇਟ ਸਰਕਾਰ ਜਿਹੜੀ ਆ ਉਸ ਦੀ ਕਪੈਸਿਟੀ ਕੋਈ ਨਹੀਂ ਹੈਗੀ ਇਸ ਮਾਮਲੇ ਦੇ ਵਿੱਚ ਇਹਨੂੰ ਖਤਮ ਕਰ ਪਾਉਣ ਦੀ। ਹਾਂ, ਇਮਾਨਦਾਰੀ ਜ਼ਰੂਰ ਚਾਹੀਦੀ ਹੈਗੀ ਆ, ਲੇਕਿਨ ਜੇ ਇਹਦੇ ਵਿੱਚ ਕੁਝ ਕਰ ਪਾਉਣਾ ਹੈਗਾ, ਜਿਹੜੀ ਜ਼ਿੰਮੇਵਾਰੀ ਤੈਅ ਕਰਨੀ ਬਣਦੀ ਆ ਉਹ ਭਾਰਤ ਦੀ ਸਟੇਟ ਦੀ ਕਰਨੀ ਬਣਦੀ ਹੈਗੀ ਆ। ਕਿਉਂਕਿ ਜਿਹੜਾ ਇਹ ਜਿੰਨਾ ਨੈਟਵਰਕ ਫੈਲਿਆ ਹੋਇਆ ਆ, ਇਹਨੂੰ ਜੇ ਕਰਵ ਕਰਨਾ ਹੈਗਾ ਆ ਇੰਟਰਪੋਲ ਦੇ ਰਾਹੀਂ, ਅਲੱਗ-ਅਲੱਗ ਤੌਰ 'ਤੇ ਜਿਹੜੇ ਸਟੇਟ ਦੀਆਂ ਪੁਲਿਸ ਹੈਗੀਆਂ ਨੇ, ਅਲੱਗ-ਅਲੱਗ ਹਰਿਆਣਾ, ਪੰਜਾਬ, ਹਿਮਾਚਲ ਅਤੇ ਯੂਪੀ, ਰਾਜਸਥਾਨ, ਇਹਨਾਂ ਦੀਆਂ ਪੁਲਿਸਾਂ ਦੀ ਸਾਂਝੀ ਸਕੁਐਡ ਜਿਹੜੀ ਹੈਗੀ ਆ ਉਹ ਕਾਇਮ ਕਰਕੇ ਜਿਹੜੀਆਂ ਸੁਰੱਖਿਆ ਏਜੰਸੀਆਂ ਇੰਟਰਪੋਲ ਦੇ ਰਾਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਗੈਂਗ ਕੰਮ ਕਰ ਰਹੇ ਉਹਨਾਂ ਨੂੰ ਕਰਵ ਕਰਨਾ ਇੱਕ ਤਰੀਕਾ ਮੈਂ ਸਿਰਫ ਦੱਸ ਰਿਹਾ ਹਾਂ, ਲੇਕਿਨ ਇਹ ਕਰੇਗਾ ਕੌਣ? ਕਿਉਂਕਿ ਇਹ ਉਹੀ ਕਰਨਾ ਚਾਹੇਗਾ ਸਟੇਟ ਜੋ ਉਹਨੂੰ ਕਰਨਾ ਚਾਹੇਗਾ, ਜੇ ਉਹਦੀ ਇੱਛਾ ਹੋਊਗੀ। ਬੇਸਿਕਲੀ ਅੱਜ ਦੇ ਵਿੱਚ ਜੇ ਮੈਂ ਅੱਜ ਦੀ ਡੇਟ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਜਿਹੜਾ ਗੈਂਗ ਕਲਚਰ ਦਾ ਸ਼ਿਕਾਰ ਵੱਡੀ ਪੱਧਰ 'ਤੇ ਪੰਜਾਬ ਹੀ ਹੋ ਰਿਹਾ। ਦੂਜੇ ਦੇਸ਼ ਪ੍ਰਭਾਵਿਤ ਹੈਗੇ ਆ, ਰਾਜਸਥਾਨ, ਹਰਿਆਣਾ, ਲੇਕਿਨ ਜਿਹੜੀ ਵੱਡੀ ਪੱਧਰ 'ਤੇ ਹੱਤਿਆਵਾਂ ਹੋ ਰਹੀਆਂ ਨੇ ਵੱਡੇ ਕਲਾਕਾਰਾਂ ਦੀਆਂ, ਨੌਜਵਾਨਾਂ ਦੀਆਂ, ਕਬੱਡੀ ਖਿਡਾਰੀਆਂ ਦੀਆਂ, ਉਹ ਪੰਜਾਬ ਦਾ ਨੁਕਸਾਨ ਵੱਡੀ ਪੱਧਰ 'ਤੇ ਹੋ ਰਿਹਾ। ਇਹਨਾਂ ਹਾਲਤਾਂ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ ਇੱਕ ਪੁਆਇੰਟ ਆਫ ਵਿਊ ਦੇ ਨਾਲ ਮੈਂ ਗੱਲ ਕਰਨੀ ਚਾਹੂੰਗਾ ਕਿ ਕੀ ਕਿਤੇ ਇਹ ਜਿਹੜੀ ਗੈਂਗ ਕਲਚਰ ਹੈਗਾ ਆ ਜਾਂ ਨਸ਼ਿਆਂ ਦਾ ਇੱਕ ਦਰਿਆ ਹੈਗਾ ਆ, ਇਹ ਸੋਚੀ ਸਮਝੀ ਸਾਜ਼ਿਸ਼ ਤਾਂ ਨਹੀਂ, ਕਿਉਂਕਿ ਜੇ ਖਤਮ ਉਹਨੂੰ ਉਹੀ ਕਰੂਗਾ ਜੋ ਚਾਹੂਗਾ, ਲੇਕਿਨ ਜੇ ਉਹਨੂੰ ਖਤਮ ਨਹੀਂ ਕਰਨਾ ਚਾਹੂਗਾ ਤਾਂ ਫਿਰ ਤੇ ਉਹ ਲਗਾਤਾਰ ਚੱਲੂਗਾ। ਉਹਨਾਂ ਹਾਲਤਾਂ ਦੇ ਵਿੱਚ ਸਾਨੂੰ ਸਤਰਕ ਹੋਣ ਦੀ ਲੋੜ ਹੈਗੀ ਆ। ਸਾਨੂੰ ਆਪਣੇ ਲੈਵਲ 'ਤੇ ਜਿਹੜੇ ਪੰਜਾਬ ਦੇ ਵਸਿੰਦੇ ਹੈਗੇ ਆ, ਸਿੱਖ ਕੌਮ ਹੈਗੀ ਆ ਜਾਂ ਸਾਰੀਆਂ ਕੌਮਾਂ ਵਸਦੀਆਂ ਪੰਜਾਬ ਦੇ ਵਿੱਚ, ਉਹਨਾਂ ਨੂੰ ਪੰਜਾਬ ਪ੍ਰਸਤ ਬਣਨ ਦੀ ਲੋੜ ਹੈਗੀ ਹੈ, ਚਾਹੇ ਕਿਸੇ ਵੀ ਧਰਮ ਜਾਤ ਦੇ ਨਾਲ ਸੰਬੰਧ ਰੱਖਦੇ ਆ, ਕਿ ਅਸੀਂ ਆਪਣੇ ਪੰਜਾਬ ਨੂੰ ਆਪਣੇ ਪੱਧਰ 'ਤੇ ਕਿਸ ਤਰ੍ਹਾਂ ਸੇਵ ਕਰਨਾ ਹੈਗਾ ਆ ਅਤੇ ਇਹ ਜਿਹੜਾ ਕਲਚਰ ਪੈਦਾ ਹੋਇਆ ਆ ਆਪਣੇ ਬੱਚਿਆਂ ਨੂੰ ਇਸ ਤੋਂ ਕਿਸ ਤਰ੍ਹਾਂ ਬਚਾਉਣਾ ਹੈਗਾ ਆ। ਕਿਉਂਕਿ ਜੇ ਮੈਂ ਗੱਲ ਕੰਪੈਰੇਟਿਵਲੀ ਕਰਾਂ ਕਿ ਹੁਣ ਤੱਕ ਜਿਹੜੀਆਂ ਇੰਟਰਪੋਲ, ਜਿਹੜੀਆਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਨੇ, ਉਹ ਇਹ ਵੱਡੀ ਪੱਧਰ 'ਤੇ ਪ੍ਰਚਾਰ ਕਰਦੇ ਆ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਗੈਂਗਸਟਰ ਹੈਗੇ ਆ। ਇੱਥੇ ਵੈਸੇ ਗੈਂਗਸਟਰ ਦੀ ਪ੍ਰੋਬਲਮ ਕੈਨੇਡਾ ਦੇ ਵਿੱਚ ਵੀ ਵੱਡੇ ਪੱਧਰ 'ਤੇ ਹੈਗੀ ਆ, ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਸ਼ਾਮਲ ਹੈਗੇ ਆ, ਲੇਕਿਨ ਤੁਸੀਂ ਜੇ ਐਨਾਲਿਸਿਸ ਕਰੋ ਤਾਂ ਉਹਨਾਂ ਦੀਆਂ ਜੜ੍ਹਾਂ ਇੰਡੀਆ ਐਜ਼ ਵੈਲ ਐਜ਼ ਕੈਨੇਡਾ ਬਰਾਬਰ ਰੂਪ ਦੇ ਵਿੱਚ ਜੁੜੀਆਂ ਹੋਈਆਂ ਨੇ। ਉਹਨਾਂ ਨੂੰ ਜੇ ਆਪਾਂ ਕਹੀਏ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਜਿਹੜੀਆਂ ਕੈਨੇਡਾ ਦੀਆਂ ਏਜੰਸੀਆਂ ਨੇ, ਜਿਸ ਤਰ੍ਹਾਂ ਅੱਜ ਗੋਲਡੀ ਬਰਾੜ ਦੀ ਗੱਲ ਕੀਤੀ ਜਾ ਰਹੀ ਆ, ਅਤੇ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦਾ ਇਹ ਕਹਿਣਾ ਹੈਗਾ ਕਿ ਗੋਲਡੀ ਬਰਾੜ ਦਾ ਨੌਜਵਾਨ ਇਸ ਤਰ੍ਹਾਂ ਸਰਚ ਆਊਟ ਕਰਨਾ ਬਹੁਤ ਔਖਾ ਹੈਗਾ ਆ, ਸਾਡੇ ਕੋਲ ਇਸ ਦਾ ਅਪਰਾਧਕ ਰਿਕਾਰਡ ਜਿਹੜਾ ਕੱਢਣਾ ਬਹੁਤ ਹੈਗਾ, ਉਦੋਂ ਤੱਕ ਜਦੋਂ ਤੱਕ ਰੀਅਲ ਨਾਮ ਸਾਨੂੰ ਨਹੀਂ ਦਿੱਤਾ ਜਾਂਦਾ। ਸੋ ਇਹ ਗੱਲ ਇੱਕ ਹੈਰਾਨੀ ਪੈਦਾ ਕਰਦੀ ਹੈ ਕਿ ਜਿਹਨੂੰ ਇੰਨੀ ਵੱਡੀ ਪੱਧਰ 'ਤੇ ਸਮੱਸਿਆ ਜਿਹੜੀ ਖੜੀ ਹੋ ਚੁੱਕੀ ਆ, ਤਾਂ ਹੁਣ ਤੱਕ ਇੰਨੇ ਵੱਡੇ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਨਾਂ ਪ੍ਰੋਪਰ ਰੂਪ ਦੇ ਵਿੱਚ ਭਾਰਤੀ ਏਜੰਸੀਆਂ ਨੇ ਕੈਨੇਡਾ ਦੀਆਂ ਏਜੰਸੀਆਂ ਨੂੰ ਹਾਲੇ ਤੱਕ ਕਿਉਂ ਨਹੀਂ ਸੌਂਪੇ, ਉਹਨਾਂ ਦੀ ਪਹਿਚਾਣ ਪੂਰੀ ਤਰ੍ਹਾਂ ਕਿਉਂ ਨਹੀਂ ਸੌਂਪੀ। ਸੋ
ਇਹ ਗੱਲਾਂ ਇੱਕ ਮੈਟਰ ਕਰਦੀਆਂ ਹੈਗੀਆਂ ਨੇ। ਜੇ ਮੈਂ ਕਹਾਂ ਕਿ ਹੁਣ ਤੱਕ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੀ ਭਾਰਤੀ ਸਟੇਟ ਦੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਨੇ ਉਹਨੂੰ ਖਤਮ ਕਰਨਾ ਚਾਹੁੰਦੀਆਂ ਜਾਂ ਨਹੀਂ, ਇਹਦੇ ਵਿੱਚ ਹੈਗੀਆਂ ਦੂਜਾ ਜਿਹੜੀਆਂ ਖੁਫੀਆ ਏਜੰਸੀਆਂ ਹੈਗੀਆਂ ਨੇ ਜਿਹੜੀਆਂ ਉਹ ਕਦੇ ਨਹੀਂ ਚਾਹੁੰਦੀਆਂ ਕਿ ਜਿਹੜਾ ਪੰਜਾਬ ਦੀ ਧਰਤੀ ਹੈਗੀ ਉੱਥੇ ਖੁਸ਼ਹਾਲੀ ਦੀ ਗੱਲ ਚੱਲੇ, ਉੱਥੇ ਕੌਮੀ ਜਜ਼ਬਾ ਪਲੇ ਵੱਡਾ ਹੋਵੇ ਅਤੇ ਪੰਜਾਬ ਦੇ ਵਿੱਚ ਖੁਸ਼ਹਾਲੀ ਹੋ ਕੇ ਲੋਕਾਂ ਦੀ ਸੋਚ ਜਿਹੜੀ ਆ ਉਹ ਇੱਕ ਚੰਗੇ ਪਾਸੇ ਲੱਗੇ। ਕਿਉਂਕਿ ਜਦੋਂ ਵੀ ਪੰਜਾਬੀ ਜਾਂ ਸਿੱਖ ਆਪਣੇ ਆਪ ਦੇ ਵਿੱਚ ਆਪਣੇ ਕਰੈਕਟਰ ਦੇ ਧਾਰਨੀ ਹੋਏ, ਜਿਹੜਾ ਵਿਰਾਸਤੀ ਆਪਾਂ ਸਿਧਾਂਤ ਕਹੀਏ, ਜਦੋਂ ਵੀ ਉਹਨੂੰ ਅਪਣਾਉਣਗੇ ਉਹ ਕਿਤੇ ਨਾ ਕਿਤੇ ਸਟੇਟ ਦੀਆਂ ਜਿਹੜੀਆਂ ਵਧੀਕੀਆਂ ਉਹਦੇ ਲਈ ਚੈਲੰਜ ਫਿਰ ਖੜਾ ਕਰਨਗੇ। ਤੇ ਲੇਕਿਨ ਜਿੰਨਾ ਚਿਰ ਤੱਕ ਉਹ ਇਹਨਾਂ ਗੱਲਾਂ ਦੇ ਵਿੱਚ ਫਸੇ ਰਹਿਣਗੇ ਉਹਨਾਂ ਨੂੰ ਉਲਝਾਇਆ ਰੱਖਿਆ ਜਾ ਸਕੇਗਾ, ਕਦੇ ਵੀ ਉਹ ਸਟੇਟ ਦੇ ਲਈ ਚੈਲੰਜ ਨਹੀਂ ਬਣ ਸਕਦੇ। ਸੋ ਮੈਂ ਇੱਕ ਗੱਲ ਕਰਾਂ ਕਿ ਸਾਡਾ ਇਹ ਸੱਭਿਆਚਾਰ ਨਹੀਂ ਸੀ। ਅੱਜ ਇਹ ਗੱਲਾਂ ਪੜ੍ਹਦਿਆਂ ਸੁਣਦਿਆਂ ਬੜਾ ਦੁੱਖ ਹੁੰਦਾ ਕਿ ਆਖਰਕਾਰ ਜਿਹੜੀ ਕੌਮ ਨੇ ਹਥਿਆਰ ਮਲਜ਼ੂਮਾਂ ਦੀ ਰੱਖਿਆ ਕਰਨ ਵਾਸਤੇ ਆਪਣੇ ਹਥਿਆਰਾਂ ਦਾ ਰੱਖਣ ਦਾ ਸਿਧਾਂਤ, ਚਲਾਉਣ ਦਾ ਸਿਧਾਂਤ ਸੀਗਾ, ਉਹਨਾਂ ਦੀ ਵਰਤੋਂ ਕਰਨ ਦਾ ਸਿਧਾਂਤ ਸੀਗਾ, ਅੱਜ ਉਹ ਭਰਾ ਮਾਰੂ ਜੰਗ ਵਿੱਚ ਕਿਸ ਤਰ੍ਹਾਂ ਬਦਲੇ ਹੈਗੇ ਆ। ਜਿਹੜੇ ਸਰਗਨਾ ਹੈਗੇ ਆ, ਜਿਹੜੇ ਗੈਂਗਵਾਰ ਹੈਗੇ ਆ, ਉਹ ਇਕੱਲੇ ਪੰਜਾਬ ਦੇ ਲੈਵਲ ਦੇ ਉੱਤੇ ਨਹੀਂ ਵਿਚਰ ਰਹੇ। ਹੁਣ ਜਿਹੜਾ ਬਿਸ਼ਨੋਈ ਗੈਂਗ ਹੈਗਾ ਆ ਉਹਦੇ ਜਿਹੜੀਆਂ ਜੜ੍ਹਾਂ ਰਾਜਸਥਾਨ, ਹਰਿਆਣਾ ਉਹਦੇ ਵਿੱਚ ਵੀ ਲੱਗੀਆਂ ਹੋਈਆਂ ਨੇ। ਸੋ ਜੇਲ੍ਹਾਂ ਦੇ ਵਿੱਚ ਰਹਿ ਕੇ ਵੀ, ਜੇਲ੍ਹਾਂ ਦੇ ਵਿੱਚ ਕੈਦ ਕੱਟਦਿਆਂ ਹੋਇਆਂ ਵੀ ਉਹ ਕਿਸ ਤਰ੍ਹਾਂ ਫੇਸਬੁੱਕ ਦੇ ਉੱਪਰ ਉਹਨਾਂ ਦੇ ਜਿਹੜੇ ਪੇਜ ਅਪਡੇਟ ਹੋ ਰਿਹਾ, ਕਿਸ ਤਰ੍ਹਾਂ ਉਹਨਾਂ ਕੋਲ ਸਿਮ ਜਾ ਰਿਹਾ, ਕਿਸ ਤਰ੍ਹਾਂ ਮੋਬਾਈਲ ਜਾ ਰਿਹਾ, ਕਿਸ ਤਰ੍ਹਾਂ ਹਥਿਆਰ ਬਾਹਰੋਂ ਆ ਰਿਹਾ ਇਹਨਾਂ ਨੌਜਵਾਨਾਂ ਕੋਲ, ਉਹਨਾਂ ਦੀ ਵਰਤੋਂ ਕਰ ਰਿਹਾ। ਇੱਕ ਸਟੇਟ ਦੀ ਜਾਣਕਾਰੀ ਤੋਂ ਬਿਨਾਂ ਅਤੇ ਮਰਜ਼ੀ ਤੋਂ ਬਿਨਾਂ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕੋਈ ਹਥਿਆਰ ਇੰਨੀ ਵੱਡੀ ਪੱਧਰ ਦੇ ਉੱਪਰ ਕਿੱਥੋਂ ਸਮਗਲਰ, ਰਸ਼ੀਆ ਦੇ ਹਥਿਆਰ ਜਿਹੜੇ ਆ ਇੰਨੀ ਵੱਡੀ ਪੱਧਰ ਜਿਹੜੇ ਨੌਜਵਾਨਾਂ ਵੱਲੋਂ ਹੁਣ ਵਰਤੇ ਜਾ ਰਹੇ ਆ, ਉਹ ਹਥਿਆਰ ਕਿੰਨਾ ਬਾਰਡਰਾਂ ਤੋਂ ਆ ਰਹੇ ਹੈਗੇ ਆ। ਇੱਕ ਬੜਾ ਵੱਡਾ ਸਵਾਲ ਉਹਨਾਂ ਦੀ ਸਮਗਲਿੰਗ ਭਾਰਤ ਤੋਂ ਲੈ ਕੇ ਪੰਜਾਬ ਤੱਕ ਕਿਸ ਤਰ੍ਹਾਂ ਹੋ ਰਹੀ ਆ। ਇਹ ਕਿਸ ਤਰ੍ਹਾਂ ਪੋਸੀਬਲ ਹੈਗਾ ਕਿ ਜਦੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਹੁਣ ਆਪਣੇ ਆਪ ਦੇ ਵੱਡੀ ਪੱਧਰ ਦੇ ਸਤਰਕ ਹੋਣ ਦਾ ਦਾਅਵਾ ਕਰਦੀਆਂ, ਇੰਨੇ ਆਧੁਨਿਕ ਉਪਕਰਨ ਜਿਹੜੇ ਆ ਚੁੱਕੇ ਆ, ਉਹਨਾਂ ਹਾਲਤਾਂ ਦੇ ਵਿੱਚ ਵੀ ਬੜੇ ਆਸਾਨੀ ਤਰੀਕੇ ਦੇ ਨਾਲ ਜਿਹੜੀ ਹਥਿਆਰਾਂ ਦੀ ਸਪਲਾਈ ਆ ਉਹ ਕਿਸ ਤਰ੍ਹਾਂ ਜਾ ਰਹੀ ਆ। ਇਹ ਸਾਰੇ ਸਵਾਲ ਸੋਚਣ ਵਾਲੀ ਗੱਲ ਆ। ਤੁਸੀਂ ਸਾਰੇ ਸੋਚਣਾ, ਜਿਹੜੇ ਮੈਂ ਪੁਆਇੰਟ ਉਠਾਏ ਆ ਕਿ ਜਿਹੜੀ ਸਾਡੀ ਸਮੱਸਿਆ ਹੈਗੀਆਂ ਇਹਦੀਆਂ ਜੜ੍ਹਾਂ ਇੱਕ ਗੈਂਗਵਾਰ ਨੂੰ ਖਤਮ ਕਰਕੇ ਦੂਜੇ ਗੈਂਗਵਾਰ ਨੂੰ ਖਤਮ ਕਰਕੇ ਕਦੇ ਵੀ ਨਹੀਂ ਹੋਣਗੀਆਂ। ਜਾਂ ਅਸੀਂ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਇਹਨਾਂ ਨੂੰ ਅਸੀਂ ਲੈ ਲਈਏ ਵੀ ਇਹ ਦੋਸ਼ੀ ਹੈਗੇ, ਦੋਸ਼ੀ ਤੇ ਇਹ ਹੈਗੇ ਆ, ਇਹ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਧਿਰਾਂ ਹੈਗੀਆਂ ਨੇ। ਲੇਕਿਨ ਅੱਜ ਦੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਕਿ ਪੰਜਾਬ ਦੇ ਹਾਲਾਤਾਂ ਦੇ ਉੱਪਰ ਸਮੀਖਿਆ ਨਾ ਕਰਨਾ ਅਤੇ ਇਹਦੀ ਜਿਹੜੀ ਗੰਭੀਰਤਾ ਹੈਗਾ ਉਹਨੂੰ ਜਾਂਚਣ ਤੋਂ ਬਗੈਰ ਜਿਹੜੇ ਵੱਡੇ ਕਲਾਕਾਰ ਉਹਨਾਂ ਦੀਆਂ ਸੁਰੱਖਿਆ ਘਟਾਉਣੀਆਂ, ਵਾਪਸ ਲੈਣੀਆਂ, ਈਵਨ ਕਿ ਸ਼੍ਰੀ ਖਾਲਸਾ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਘਟਾਉਣੀ, ਵਾਪਸ ਲੈਣੀ, ਆਪਣੇ ਆਪ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਬੜੀ ਵੱਡੀ ਮੈਂ ਕਹਾਂਗਾ ਭੁੱਲ ਸੀ ਜਾਂ ਨਾਕਾਮਯਾਬੀ ਜਾਂ ਕੁਛ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਸੋ ਇਹ ਗੱਲ ਸਮਝਣ ਦੀ ਲੋੜ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਕੱਲੀਆਂ ਭਗਵੰਤ ਮਾਨ ਨੂੰ ਗਾਲਾਂ ਕੱਢਣ ਦੇ ਨਾਲ ਜਾਂ ਇਹ ਕੁਝ ਨਹੀਂ ਬਣਨਾ, ਕਿਉਂਕਿ ਇਹ ਲੋਕ ਸਿਰਫ ਇੱਕ ਮੋਹਰੇ ਵਜੋਂ ਹੀ ਵਰਤੇ ਜਾ ਸਕਦੇ ਆ। ਸਟੇਟ ਦੀ ਸਰਕਾਰ ਇੱਕ ਜਿਹੜੀ ਭਾਰਤੀ ਫੈਡਰਲ ਸਿਸਟਮ ਹੈਗਾ ਉਹਦੇ ਵਿੱਚ ਇੱਕ ਨਗਰ ਕੌਂਸਲ ਦੀ ਇਕਾਈ ਤੋਂ ਵੱਧ ਕੁਝ ਵੀ ਨਹੀਂ, ਕਿਉਂਕਿ ਜਿਹੜੀ ਪੁਲਿਸ ਇੰਡੀਪੈਂਡੈਂਟ ਤੌਰ 'ਤੇ ਕੰਮ ਕਰ ਸਕਦੀ ਹੈਗੀ ਆ ਪੰਜਾਬ ਦੀ। ਲੇਕਿਨ ਜੇ ਇਹ ਸਮੱਸਿਆ ਪੰਜਾਬ ਦੇ ਲੈਵਲ 'ਤੇ ਹੋਵੇ ਤਾਂ ਫਿਰ ਇਹਨੂੰ ਪੁਲਿਸ ਹੱਲ ਕਰ ਸਕੂਗੀ। ਲੇਕਿਨ ਇਹਦੀਆਂ ਜੜ੍ਹਾਂ ਪੰਜਾਬ ਤੋਂ ਬਾਹਰ ਨੇ ਅਤੇ ਪੰਜਾਬ ਤੋਂ ਬਾਹਰ ਜਾ ਕੇ ਜੜ੍ਹਾਂ ਖਤਮ ਕਰਨੀਆਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਵੱਸ ਦੀ ਨਹੀਂ ਗੱਲ ਹੈਗੀ। ਇਹਦੇ ਉੱਪਰ ਸਾਨੂੰ ਸਾਰਿਆਂ ਨੂੰ ਸਤਰਕ ਹੋਣ ਦੀ ਲੋੜ ਆ, ਆਪਣੇ ਆਪ ਨੂੰ ਸੇਫ ਕਰਨ ਦੀ ਲੋੜ ਆ, ਇਸ ਕਲਚਰ 'ਚੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣ ਦੀ ਲੋੜ ਆ, ਸਮਝਣ ਦੀ ਲੋੜ ਹੈਗੀ ਕਿ ਅਸੀਂ ਬੜੀ ਵੱਡੀ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਹਾਂ। ਸੋ ਇਹ 2-4 ਨੁਕਤੇ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਆ। ਤੁਸੀਂ ਜੁੜੇ ਰਹਿਣਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਕੀ ਪੁਆਇੰਟ ਤੁਹਾਡੇ ਨਾਲ ਇਹਦੇ ਨਾਲ ਸੰਬੰਧਿਤ ਹੋਰ ਸਾਂਝੇ ਕਰਾਂਗੇ। ਸੋ ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।